ਹਾਂਜੀ ਸਟੂਡੈਂਟ, ਹੁਣ ਐਕਸਰਸਾਈਜ਼ 1.4 ਦਾ ਆਪਾਂ 5th ਸਮ ਕਰ ਰਹੇ ਹਾਂਗੇ। ਫਾਈਂਡ ਦੀ ਵੈਲਿਊ ਆਫ, ਤੁਹਾਡੇ ਕੋਲ ਇਹ ਸਮ ਦਿੱਤੇ ਹੋਏ ਨੇਗੇ 125 ਡਿਵਾਈਡ ਬਾਏ ਬ੍ਰੈਕਟ 5 ਡਿਵਾਈਡ ਬ੍ਰੈਕਟ -1 ਬ੍ਰੈਕਟ ਐਂਡ ਫਿਰ ਸਕੇਅਰ ਬ੍ਰੈਕਟ। ਇਸ ਨੂੰ ਕਿਸ ਤਰੀਕੇ ਨਾਲ ਸੋਲਵ ਕਰਨਾ, ਇਸ ਨੂੰ ਕਿਸ ਤਰੀਕੇ ਨਾਲ ਸੋਲਵ ਕਰਨਾ ਉਹ ਅਸੀਂ ਦੇਖਦੇ ਹਾਂ। ਬਟ ਸਭ ਤੋਂ ਪਹਿਲਾਂ ਇੱਕ ਮੇਨ ਪੁਆਇੰਟ ਆ ਸਾਡੇ ਕੋਲ ਬੋਡਮਸ ਫਾਰਮੂਲਾ, ਠੀਕ ਆ, BODMAS, ठीक है। बी का मतलब होगा इत्थे ब्रैकेट, ओ का मतलब की है ऑर्डर, डी का मतलब की है डिवीजन, एम का मतलब की है मल्टीप्लिकेशन, ए का मतलब की है ऐड, इस का मतलब की है सबट्रैक्शंस। ये चीज़ां होंगी, ठीक है। बॉडमस फार्मूला BOD BODMAS बॉडमस। ਹੁਣ ਅਸੀਂ ਬੋਡਮਸ ਫਾਰਮੂਲੇ ਨੂੰ ਯੂਜ਼ ਕਿਸ ਤਰ੍ਹਾਂ ਕਰਨਾ, ਮੈਥ ਦੇ ਵਿੱਚ ਬਹੁਤ ਹੀ ਮੇਨਲੀ ਯੂਜ਼ ਹੁੰਦਾ ਇਹ। ਦੇਖੋ ਜਦੋਂ ਤੁਹਾਡੇ ਕੋਲੇ ਕੀ ਹੈਗਾ ਨੰਬਰ ਆਫ ਟਰਮਸ 2 ਤੋਂ ਜ਼ਿਆਦਾ ਹੋਣ, ਠੀਕ ਹੈ, ਨੰਬਰ ਆਫ ਟਰਮ ਮੋਰ ਦੈਨ 2 ਹੋਵੇ, ਜਿਵੇਂ ਕਿ ਫਸਟ ਟਰਮ ਹੋ ਗਿਆ, ਸੈਕੰਡ ਟਰਮ ਹੋ ਗਿਆ, ਥਰਡ ਟਰਮ ਹੋ ਗਿਆ, ਇਸ ਤਰ੍ਹਾਂ ਉਹ ਚੀਜ਼ਾਂ ਆ ਜਾਂਦੀਆਂ ਨੇ। ਬਟ ਇਹਦੇ ਵਿੱਚ ਟਰਮਾਂ ਨਹੀਂ ਹੈਗੀਆਂ, ਇਹਦੇ ਵਿੱਚ ਕੀ ਹੈਗਾ ਬ੍ਰੈਕਟ ਪਈ ਹੋਈ ਹੈ, ਠੀਕ ਆ। ਬ੍ਰੈਕਟ ਪੈਣ ਦੇ ਨਾਲ ਅਸੀਂ ਕੀ ਆ ਇੱਕੋ ਟਾਈਮ 'ਤੇ ਅਸੀਂ ਤਿੰਨਾਂ ਚੀਜ਼ਾਂ ਨੂੰ ਸੋਲਵ ਨਹੀਂ ਕਰ ਸਕਦੇ। ਤਾਂ ਹੁਣ ਅਸੀਂ ਕੀ ਕਰਾਂ, ਜਿਹੜੀ ਚੀਜ਼ ਬ੍ਰੈਕਟ ਬੋਡਮਸ ਫਾਰਮੂਲੇ ਦੇ ਅਕੋਰਡਿੰਗ ਜਿਹੜੀ ਚੀਜ਼ 'ਤੇ ਬ੍ਰੈਕਟ ਪਈ ਹੈ, ਦੇਖੋ ਪਹਿਲਾਂ ਸਭ ਤੋਂ ਪਹਿਲਾਂ ਕੀ ਚੀਜ਼ ਸੋਲਵ ਹੋਣੀ ਹੈ ਬ੍ਰੈਕਟ, ਠੀਕ। ਸਭ ਤੋਂ ਪਹਿਲਾਂ ਤੁਸੀਂ ਕੀ ਹੈ ਬ੍ਰੈਕਟ ਸੋਲਵ ਕਰਨੀ। ਦੈਨ ਅੱਗੇ ਕੀ ਕਰਨਾ ਆਰਡਰ ਮਤਲਬ ਕਿ ਜਿਵੇਂ ਐਕਸ ਸਕੇਅਰ ਵਾਲਾ ਗਾ ਉਹਨੂੰ ਪਹਿਲਾਂ ਸੋਲਵ ਕਰਨਾ, ਅਤੇ ਐਕਸ ਵਾਲਾ ਉਹਨੂੰ ਉਹਦੇ 'ਚ ਬਾਅਦ ਕਰਨਾ, ਜੇ ਐਕਸ ਕਿਊਬ ਵਾਲਾ ਤਾਂ ਉਸ ਨੂੰ ਉਹ ਤੋਂ ਵੀ ਪਹਿਲਾਂ ਸੋਲਵ ਕਰਨਾ, ਯਾਨੀ ਆਰਡਰ ਹੋ ਗਿਆ ਜਿਵੇਂ ਕਿਸੇ ਚੀਜ਼ ਦੀ ਪਾਵਰ ਹੋਊਗੀ। ਡੀ ਦਾ ਮਤਲਬ ਡਿਵੀਜ਼ਨ, ਐਮ ਦਾ ਮਤਲਬ ਮਲਟੀਪਲੀਕੇਸ਼ਨ, ਏ ਦਾ ਮਤਲਬ ਐਡ, ਐਸ ਦਾ ਮਤਲਬ ਸਬਟਰੈਕਸ਼ਨਸ, ਠੀਕ ਹੈ। ਇਹ ਚੀਜ਼ਾਂ ਨੇ। ਸਭ ਤੋਂ ਪਹਿਲਾਂ ਬ੍ਰੈਕਟ, ਫਿਰ ਆਰਡਰ ਸੋਲਵ ਕਰਨਾ, ਫਿਰ ਡਿਵੀਜ਼ਨ ਸੋਲਵ ਕਰਨੀ, ਫਿਰ ਮਲਟੀਪਲੀਕੇਸ਼ਨ ਸੋਲਵ ਕਰਨੀ, ਫਿਰ ਐਡੀਸ਼ਨ ਕਰਨੀ ਆ, ਦੈਨ ਸਬਟਰੈਕਸ਼ਨ ਕਰਨੀ ਆ। ਬਟ ਇੱਥੇ ਆਪਣੇ ਕੋਲ ਕੀ ਆ ਓਨਲੀ ਡਿਵੀਜ਼ਨ ਆ। ਬਟ ਅਸੀਂ ਕੀ ਕਰਦੇ ਹਾਂ ਇਹਨਾਂ ਦੋਨਾਂ ਨੂੰ ਪਹਿਲਾਂ ਸੋਲਵ ਕਰਾਂਗੇ, ਕਿਉਂਕਿ ਬ੍ਰੈਕਟ ਸਭ ਤੋਂ ਪਹਿਲਾਂ ਸੋਲਵ ਹੁੰਦੀ ਹੈਗੀ। ਇੱਥੇ ਹੋਰ ਮਲਟੀਪਲੀਕੇਸ਼ਨ ਨਹੀਂ ਹੈਗੀ, ਡਿਵੀਜ਼ਨ ਨਹੀਂ ਹੈਗੀ, ਮਲਟੀਪਲੀਕੇਸ਼ਨ ਨਹੀਂ ਹੈਗੀ, ਐਡੀਸ਼ਨ ਨਹੀਂ, ਸਬਟਰੈਕਸ਼ਨ ਨਹੀਂ ਹੈਗੀ। ਬਟ ਇਹਦੇ ਵਿੱਚ ਕੀ ਹੈਗਾ ਓਨਲੀ ਕੀ ਆ ਡਿਵੀਜ਼ਨ ਆ। ਬਟ ਫਿਰ ਵੀ ਇਹਦੇ ਵਿੱਚ ਕੀ ਹੈ ਬ੍ਰੈਕਟ ਪਈ ਹੋਈ ਹੈ, ਤਾਂ ਇਸ ਕਰਕੇ ਅਸੀਂ ਫਾਰਮੂਲੇ ਦੇ ਅਕੋਰਡਿੰਗ ਬ੍ਰੈਕਟ ਨੂੰ ਸੋਲਵ ਕਰਾਂਗੇ। 125 5 ਨੂੰ 1 ਨਾਲ ਡਿਵਾਈਡ ਕਰਾਂਗੇ ਜਦੋਂ ਤੱਕ ਕੀ ਆਂਸਰ ਆ ਜਾਣਾ ਗਾ ਮਾਈਨਸ ਦਾ 5, ਕਲੀਅਰ। ਤਾਂ ਅਗੇਨ 125 ਨੂੰ ਡਿਵਾਈਡ ਕਰਾਂਗੇ ਅਸੀਂ -5 ਦੇ ਨਾਲ, ਕੀ ਆਊਗਾ ਆਂਸਰ ਤੁਹਾਡਾ ਸਟੂਡੈਂਟਸ, ਤੁਸੀਂ ਪਹਿਲਾਂ ਕਰ ਚੁੱਕੇ ਹੋਗੇ। 125 5 ਦੇ ਨਾਲ ਡਿਵਾਈਡ ਕਰਨਾ, ਮਾਈਨਸ ਵਾਲਾ ਕੋਈ ਗੱਲ ਨਹੀਂ, ਆਂਸਰ ਮਾਈਨਸ 'ਚ ਹੀ ਰਹੂ। ਜਦੋਂ ਡਿਫਰੈਂਟ ਸਾਈਨਸ ਹੁੰਦੇ ਤਾਂ ਆਂਸਰ ਕੀ ਆ ਮਾਈਨਸ 'ਚ ਹੀ ਆਉਂਦਾ ਹੁੰਦਾ ਗਾ, ਤਾਂ ਇੱਥੇ ਮਾਈਨਸ ਲਿਖਣ ਦੀ ਲੋੜ ਨਹੀਂ। 2 10 5 ਕਿੰਨਾ ਆਊਗਾ ਆਂਸਰ 25, ਕਦਾ ਆਊਗਾ ਮਾਈਨਸ ਦਾ। ਇਹ ਤੁਹਾਡਾ ਇਸ ਤਰ੍ਹਾਂ ਆਂਸਰ ਆ ਜਾਣੇ। ਹੁਣ ਸਟੂਡੈਂਟ ਤੁਸੀਂ ਇਹ ਚੀਜ਼ ਸੋਚ ਰਹੇ ਹੋਵੋਗੇ 5 ਨੂੰ -1 ਨਾਲ ਡਿਵਾਈਡ ਕਰਕੇ ਕਿਸ ਤਰ੍ਹਾਂ, ਦੇਖੋ ਇਹ ਚੀਜ਼ ਨੂੰ ਧਿਆਨ 'ਚ ਰੱਖਿਆ ਕਰੋ। 5 ਆ, 5 ਨੂੰ -1 ਡਿਵਾਈਡ ਕਰ ਰਿਹਾ ਗਾ ਆਪਣੇ ਜਿਹੜਾ ਸੈਕੰਡ ਮੈਥਡ ਕਰਿਆ ਸੀ। 5 ਨੂੰ ਕੀ ਡਿਵਾਈਡ ਕਰ ਰਿਹਾ -1 ਲਿਖੋ ਚਾਹੇ ਨਾ ਲਿਖੋ ਕੋਈ ਫਰਕ ਨਹੀਂ, ਅਸੀਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ। ਬਟ ਜਿਹੜੀ ਮਾਈਨਸ ਹੈਗੀ ਇਸ ਨੂੰ ਆਪਾਂ ਨੋਮੀਨੇਟਰ ਦੇ ਨਾਲ ਉੱਪਰ ਲਗਾ ਦਿੰਦੇ ਹੈਗੇ, ਠੀਕ ਆ। ਜੇ ਕਿਤੇ ਵੀ ਡਿਨੋਮੀਨੇਟਰ ਦੇ ਨਾਲ ਮਾਈਨਸ ਲੱਗੇ ਤਾਂ ਉਹਦਾ ਮੀਨਿੰਗ ਕੀ ਹੁੰਦਾ ਗਾ ਉਹ ਕਾਮਨ ਹੀ ਹੈਗੀ, ਉਹ ਦੋਨਾਂ ਦੇ ਨਾਲ ਹੀ ਮਾਈਨਸ ਲੱਗੀ ਹੋਈ ਹੈ। ਇਟ ਮੀਨ ਕੀ ਹੈ ਜਿਹੜੀ ਇਹ ਮਾਈਨਸ ਸੀਗੀ ਮੈਂ ਉੱਪਰ ਵੀ ਲਗਾ ਸਕਦਾ ਗਾ, ਠੀਕ ਹੈ, ਇਸ ਤਰ੍ਹਾਂ ਲੱਗ ਜਾਣੀ ਹੈ। ਤਾਂ ਮੈਂ ਆਂਸਰ ਕੀ ਹੈ -5 ਆ ਜਾਣਾ, ਕਿਉਂਕਿ ਜਿਹੜਾ 1 ਆ ਉਹ 5 ਨੂੰ ਕਾਹਦੇ 'ਤੇ ਡਿਵਾਈਡ ਕਰੂਗਾ 5 'ਤੇ ਹੀ ਕਰੂਗਾ। ਇਟ ਮੀਨ ਕਿ -5 ਆ ਗਿਆ। ਅਤੇ ਨਾਲ ਤੁਹਾਨੂੰ ਪਤਾ ਹੀ ਆ ਹੁਣ ਆਪਾਂ ਸੋਲਵ ਕਰ ਚੁੱਕੇ ਹਾਂਗੇ। ਹੁਣ ਅੱਗੇ ਆ ਗਿਆ ਨੈਕਸਟ ਸੈਕੰਡ ਸਮ। ਸੈਕੰਡ ਸਮ ਦੇ ਵਿੱਚ ਕੀ ਹੈਗਾ 169 ਡਿਵਾਈਡ ਬਾਏ 13 26 ਡਿਵਾਈਡ ਬਾਏ 2। ਹੁਣ ਕੀ ਆਪਾਂ ਪਹਿਲਾਂ ਇਹ ਬ੍ਰੈਕਟ ਨੂੰ ਸੋਲਵ ਕਰ ਲਾਂਗੇ, ਦੈਨ ਨਾਲ ਹੀ ਇਹ ਬ੍ਰੈਕਟ ਨੂੰ ਸੋਲਵ ਕਰ ਲਾਂਗੇ, ਸਿਮਲਟੇਨੀਅਸਲੀ ਚੱਲੀ ਜਾਊਗਾ ਆਪਣਾ ਕੰਮ। 169 ਨੂੰ 30 ਨਾਲ ਡਿਵਾਈਡ ਕਰਾਂਗੇ ਤਾਂ ਆਂਸਰ ਸਾਡਾ 13 ਹੁੰਦਾ, ਠੀਕ ਹੈ, ਚੈੱਕ ਕਰ ਲਓ ਇਹ। ਦੈਨ ਜੇ ਡਿਵੀਜ਼ਨ ਵਾਲਾ ਸਿੰਬਲ ਆ ਉਹ ਲਗਾ ਦਿਆ। 26 ਨੂੰ ਡਿਵਾਈਡ ਕਰਾਂਗੇ 2 ਨਾਲ ਤਾਂ ਕਿੰਨਾ ਆ ਜੂ 13 ਨੂੰ 30 ਨਾਲ ਡਿਵਾਈਡ ਕਰਾਂਗੇ ਆਂਸਰ 1, ਕਿਉਂਕਿ ਸੇਮ ਸਾਈਨ ਆ ਤਾਂ ਆਂਸਰ ਪੋਜ਼ੀਟਿਵ, ਜੇ ਡਿਫਰੈਂਟ ਸਾਈਨ ਹੋਊਗਾ ਤਾਂ ਆਂਸਰ ਮਾਈਨਸ ਦੇ ਵਿੱਚ ਆਊ ਤਾਂ ਆਂਸਰ ਪੋਜ਼ੀਟਿਵ। ਇਹ ਤੁਹਾਡਾ ਹੋ ਗਿਆ 5th ਸਮ।
सिक्स्थ सम करन जा रहे हैं सिंपलीफाई। इस चीज़ ਨੂੰ ਧਿਆਨ ਰੱਖਣਾ। ਦੇਖੋ ਜੇ ਤੁਸੀਂ ਸਕੁਅਰ ਬ੍ਰੈਕਟ ਸਟਾਰਟ ਕਰੀ ਤਾਂ ਸਕੁਅਰ ਬ੍ਰੈਕਟ ਦਾ ਐਂਡ ਵੀ ਹੋਣਾ ਚਾਹੀਦਾ, ਰਾਉਂਡ ਬ੍ਰੈਕਟ ਸਟਾਰਟ ਕਰੀ ਤਾਂ ਰਾਉਂਡ ਬ੍ਰੈਕਟ ਦਾ ਐਂਡ ਵੀ ਹੋਣਾ ਚਾਹੀਦਾ। ਜਿਹੜੀ ਚੀਜ਼ ਪਹਿਲਾਂ ਸਟਾਰਟ ਹੋਈ, ਜਿਹੜੀ ਬ੍ਰੈਕਟ, ਉਹ ਸਭ ਤੋਂ ਲਾਸਟ 'ਤੇ ਹੀ ਉਹਨੇ ਕਲੋਜ਼ ਹੋਣਾ ਗਾ, ਠੀਕ ਹੈ, ਬੰਦ ਹੋਣਾ। ਤਾਂ ਹੁਣ ਆਪਾਂ ਇਸ ਨੂੰ ਸਮ ਨੂੰ ਕਰਨ ਲਈ ਕੀ ਹੈ, ਬੋਡਮਸ ਫਾਰਮੂਲੇ ਨੂੰ ਯੂਜ਼ ਕਰਾਂਗੇ। ਬੋਡਮਸ ਫਾਰਮੂਲਾ ਕੀ ਹੁੰਦਾ, ਬ੍ਰੈਕਟ, ਆਰਡਰ, ਡਿਵੀਜ਼ਨਸ, ਮਲਟੀਪਲੀਕੇਸ਼ਨਸ, ਐਡੀਸ਼ਨ, ਸਬਟਰੈਕਸ਼ਨ। ਜਾਣੀ ਕਿ ਇਹਦੇ ਵਿੱਚ ਕੀ ਹੋਊਗਾ, ਬ੍ਰੈਕਟ, ਇਹਦੇ ਵਿੱਚ ਆਰਡਰ, डिवीज़न, मल्टीप्लिकेशनस, एडिशनस, सबट्रैक्शनस, ठीक है। सब तो पहला असीं ब्रैकट सॉल्व करने होंगे जे इस तरह के अपने को सम आ जिहदे माइनस प्लस डिवीज़न मल्टीप्लिकेशन सारा कुछ लगे होण, सारे साइनस होण, तां उहदे विच उस साइन उस दे विच की करना, सम दे विच असीं बॉडमस फार्मूले नूं यूज़ करना। सब तो पहला की बॉडमस फार्मूला की कहना, ब्रैकट सॉल्व करनी। ब्रैकट कित्थे साडे कोले आ पहला ब्रैकट लगी आ, दैन इहदे इंटरनली एक आ ब्रैकट लगी। सब तो पहला असीं इंटरनली ब्रैकट इहनूं सॉल्व करांगे। स्टैप बाय स्टैप चलना। हुण इहदे विच की आ, फिर दो ऑपरेशनस लगे ने, एक एडिशन हो रहा, सॉरी एक मल्टीप्लिकेशन हो रहा है, एक की आ सबट्रैक्शन हो रहा। तो सब तो पहला असीं की ब्रैकट, आर्डर, डिवीज़न, मल्टीप्लिकेशन, एडिशन, सबट्रैक्शन। यानी सबट्रैक्शन सब तो लास्ट ते आ। तो पहला क्या मल्टीप्लिकेशन, मल्टीप्लिकेशन हैगी हाँ 16 - 7 9 क्लियर 27 ब्रैकट हटा दो, राउंड ब्रैकट, ठीक है। हुण की करना आपां, हुण आ ब्रैकट नूं सॉल्व करना, जिहड़ी सारी ब्रैकट आ। इहदे विच की आ, इहदे विच फिर दो ऑपरेशनस नेगे, टू ऑपरेशनस लगे हुए ने। एक की आ एडिशन हो रही है इन्हां दी, एक इन्हां दी की आ डिवीज़न हो रही है। बट हुण आपां फिर बॉडमस फार्मूले नूं चैक करदे। सब तो पहले की डिवीज़न, एडिशन इस तो बाद आ, तां डिवीज़न होऊ। डिवीज़न किस दी होगी, 27 नूं डिवाइड करना सी 9 नाल, तां आंसर की आऊ साडा 3। हुण असीं की करना, 8 ते 3 नूं ऐड करांगे, कितना आ जाऊगा 11 - 11, तो आंसर की आऊ साडा 1। इस तरह तुसीं सॉल्व करना। बॉडमस फार्मूले नूं यूज़ करना जो अपने को नंबर ऑफ साइनस ने, जोड़े अपने को ऑपरेशनस ने, माइनस प्लस डिवीज़न मल्टीप्लिकेशन सबट्रैक्शन ये आ जान अपने को सारे एको ही सम दे, तो तुसीं बॉडमस फार्मूले नूं यूज़ करना है। बॉडमस फार्मूला मैं तुहानूं दसदा भी की चीज़ होंदी, ठीक है। नैक्सट स्टूडेंट आप 8th क्वेश्चन कर रहे हैं, MCQ मल्टीपल चॉइस क्वेश्चनस। इसकी डिवीज़न करनी हैगी। हम डिवीज़न किस तरह करोगे, 8 नूं 2 नाल डिवाइड करना गा। 8 माइनस तक इस करके लिखाउण दी लोड़ नहीं, तो आंसर माइनस दे विच आऊगा, तो तुहानूं पता ही है। तो किन्ने तक आऊगा 4 ते क्लीयर। या दूसरे मैथड दे नाल किस तरह आऊगा, -8/2, 2 दा टेबल च 2 1 ते आउंदा गा, 2 दे टेबल च 8 किन्ने ते आउंदा 4 ते, -4/1 मीनस की है -4 लिख सकते हैं। तो इधर इस तरह भी आंसर 4 -4 आता, इस तरह भी, तो आंसर क्या होगा ये -4। इस तरह तुम जो सैकेंड तो थर्ड सम करना गा। अगे 9th सम देखो, द कोशेंट ऑफ 2 इंटीजर्स इज़ आलवेज इंटीजर्स। जो कोशेंट होगा 2 इंटीजर्स इज़ आलवेज इंटीजर्स, ठीक है। ये तुम हम ट्रू है या फाल्स आ, कोशेंट होगा जो कोशेंट मीनस जो आ नंबर जो दोनों इंटीजर्स की नेगे, कोशेंट ऑफ 2 इंटीजर्स इज़ आलवेज इंटीजर। देखो हुण आ भी 2 भी इंटीजर सी अपने को, 8 भी इंटीजर सीगा। जे दोनों माइनस दे होंदे तां भी कोई प्रॉब्लम नहीं सी, है तो इंटीजर ही नेगे ना। इंटीजर्स किहड़े होंदे ने, नैगेटिव एंड पॉजिटिव नंबर्स की इंटीजर्स। जे 2 इंटीजर तो जो आंसर आऊगा वो भी इंटीजर्स आऊ, चाहे माइनस दे विच आ रहा है, -4 भी इंटीजर ही आ। तो इट मीन आपां की कह सकते हैं कि इस तरह की एग्जाम्पल लैके चैक कर सकते हो। तो ये हैगा ट्रू। इफ A एंड B आर 2 अनइक्वल्स नॉन जीरो इंटीजर्स, A एंड B कोई भी मान लो, ठीक है, A ले लो एक B ले लो, ठीक है। A एंड B आर अनइक्वल नॉन जीरो इंटीजर्स, कोई भी ले लो, इनू 5 ले लो, इनू 7 ले लो, ठीक है। जे इनू डिवाइड कर दो तुसीं, मतलब 5 नू डिवाइड कर दो 7 दे नाल, ਜਾਂ 7 ਨੂੰ ਡਿਵਾਈਡ ਕਰ ਦਿਓ 5 ਨਾਲ, ਇਕੁਅਲ ਹੋਊਗਾ, ਕਦੇ ਵੀ ਨਹੀਂ ਹੋ ਸਕਦਾ। 5 ਨੂੰ ਡਿਵਾਈਡ ਨਾਲ 7 ਨਾਲ ਡਿਵਾਈਡ ਕਰੋਗੇ ਤਾਂ ਆਨਸਰ ਕੁਝ ਹੋਰ ਆਊਗਾ। 7 ਨੂੰ 5 ਨਾਲ ਡਿਵਾਈਡ ਕਰੋਗੇ, ਦੇਖੋ ਜੇ 5 ਨੂੰ 7 ਨਾਲ ਡਿਵਾਈਡ ਕਰੋਗੇ 0 ਤੋਂ ਆਨਸਰ ਛੋਟਾ ਆਊਗਾ ਕੁਝ, ਠੀਕ ਹੈ, 0 ਪੁਆਇੰਟ ਕੁਝ ਸਮਥਿੰਗ ਆਊ। ਜੇਕਰ 7 ਨੂੰ 5 ਨਾਲ ਕਰੋਗੇ ਤਾਂ 1 ਪੁਆਇੰਟ ਸਮਥਿੰਗ ਕੁਝ ਆਨਸਰ ਆਊਗਾ। ਤਾਂ ਇਸ ਕਰਕੇ ਇਹ ਕੀ ਹੈਗਾ, ਫਾਲਸ ਆ।
ਤੇ ਇਸ ਤਰ੍ਹਾਂ ਕੋਈ ਵੀ ਐਗਜ਼ਾਮਪਲ ਲੈ ਲਓ ਤੁਸੀਂ, a ਦੀ ਵੈਲਿਊ ਚਾਹੇ ਤੇ ਆਪਣੇ ਕੋਲੋਂ ਜੋ ਵੀ ਮਰਜ਼ੀ ਲੈ ਲਓ, b ਦੀ ਵੈਲਿਊ ਜੋ ਵੀ ਮਰਜ਼ੀ ਲੈ ਲਓ, ਤਾਂ ਤੁਸੀਂ ਇਸ ਨਾਲ ਸੋਲਵ ਕਰਕੇ ਦੇਖ ਸਕਦੇ ਹੋ। ਇਹ ਤੁਹਾਡੀ 1.4 ਜਿਹੜੀ ਐਕਸਰਸਾਈਜ਼ ਹੈ ਕੰਪਲੀਟ ਹੋ ਗਈ।